श्री गुरु रामदास गुण गावो। श्री अर्जन विघ्नन के नाशक, विघ्नन के नाशक। हर गोबिंद शुभ सुमत पर काशक। श्री हर राय जी नमो कर जोरी, नमो कर जोरी। श्री हर कृष्ण मनावो बहोरी। गुरु तेग बहादुर साहिब जी परम किरपाला जी परम। श्री गुरु गोबिंद सिंह विशाला। धरों धरा पर पुन पुन सीसा जी पुन पुन। बंदों बार बार जग दीसा। जा मैं अमृत ज्ञान है माणक भगत बैराग। श्री गुरु ग्रंथ साहिब उदद बंदों कर अनुराग। एक अंकारा सतगुरु ते प्रसाद सच होए। वाहिगुरु जी की फतेह है बिघ्न बिनाशन सोए। जय डिठे मन तीरिय किल विख वंजन दूरे। सो क्यों विसरै माओ मैं जो रहया पर पूरे। सो क्यों विसरै माओ मैं जो रहया भरपूरे। सतनाम श्री वाहिगुरु साहिब जी। वाह वाह। दोहरा निशा बीती पुन प्रातपि। साहो बाक कह दीना। बजे नगारे कूच के सुध सब हूँ सुन लीना। परम सन्मान आवर साहिब कमाल बारगाह इनायत के मालक, कलयुगी जीवों के उद्धार करता, साहिब सहाबा जोत रूप हर आप। महिमा दे मालक धन धन गुरु पिता श्री गुरुदेव गुरु ग्रंथ साहिब जी दे महान बरकतमयी इनायतमयी श्री चरण कमलां च विराजमान गुरु प्यारी साध संगत। गुरुदेव जी दी महान इनायत दा सदका साडे सारियां दे सिर ते मेहरमतमई रखे हत्थ दा सदका जीवन दा अज दा दिन भी प्राप्त होया। और इस नवें दिन दी जो नवें जन्म समान है शाम कादरे हर कार बेकसारा यार। हक हक आईना खालसो बेकीना। हक हक आगा साहे सहनशाह। साहिब गुरुदेव गुरु गोबिंद सिंह साहिब जी दे पावन घर विखे प्राप्त होया।
ਸਤਿਗੁਰੂ ਜੀ ਦੀ ਮਿਹਰ ਦਾ ਸਦਕਾ, ਨਜ਼ਰੇ ਇਨਾਇਤ ਦਾ ਸਦਕਾ ਸੋਦਰ ਚੌਂਕੀ ਦੇ ਸ਼ਬਦ ਗਾਇਨ, ਹਰ ਕੀਰਤ ਹਮਰੀ ਰਹਿ ਰਾਜ ਸਾਹਿਬ ਜੀ ਦੇ ਪਾਠ, ਆਰਤੀ ਆਰਤਾ ਜੀ ਕੇ ਗਾਇਨ, ਅਰਦਾਸਾਂ ਬੇਨਤੀਆਂ ਜੋਦੜੀਆਂ, ਫਿਰ ਸਾਹਿਬ ਦੇ ਹੁਕਮਨਾਮੇ ਆਪ ਨੇ ਝੋਲੀ 'ਚ ਪਵਾਏ ਹਨ। ਕੁਝ ਸਮਾਂ ਹੋਰ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਅੰਮ੍ਰਿਤ ਜੀਵਨੀ, ਗੁਰੂ ਵਿਚਾਰ, ਜੀਵਨ ਕਥੜੀਆਂ ਰਾਹੀਂ ਗੁਰੂ ਦੀਦਾਰ ਪ੍ਰਾਪਤ ਹੋਵੇ। ਇਸ ਲਈ ਜਿਤਨੇ ਮਾਤਾ ਭਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਬੇਸ਼ਤਰ ਬਹੁਤ ਹੀ ਅਦਬ ਸਹਿਤ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 10ਵੇਂ ਜਾਮੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨ ਕਮਲਾਂ ਦਾ ਧਿਆਨ ਕਰਦਿਆਂ ਗੁਰੂ ਕੀ ਮੁਬਾਰਕ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਸ਼ਹੀਦੀ ਦਿਵਸ, ਤਪਦ ਮਹਿ ਠਾਂਡ ਵਰਤਾਈ, ਆਨੰਦ ਪਿਆ ਦੁਖ ਨਾਠੇ ਭਾਈ। ਸੜਦੀ ਹੋਈ ਲੋਹ 'ਤੇ ਬੈਠ ਕੇ ਵੀ ਅੰਮ੍ਰਿਤ ਬਚਨਾਂ ਦੀ ਮਹਾਨ ਬਰਕਤ ਵੰਡਦਿਆਂ ਹੋਇਆਂ, ਜੋ 1606 ਵਿੱਚ ਆਪ ਜੀ ਨੇ ਮਹਾਨ ਅਦੁੱਤੀ ਅਵਿਸਮਰਣੀਏ ਸ਼ਹਾਦਤ ਪ੍ਰਾਪਤ ਕੀਤੀ ਹੈ, ਸੰਸਾਰ ਦੀ ਤਪਸ ਹਰਨ ਵਾਸਤੇ। ਉਹ ਦਿਹਾੜਾ ਜੇਤ ਸੁਦੀ ਚੌਥ, ਆਉਣ ਵਾਲੀ ਇਸ ਮਈ ਮਹੀਨੇ ਦੀ 26 ਤਾਰੀਖ ਨੂੰ ਆ ਰਿਹਾ ਹੈ। ਇਸ ਲਈ ਜੋ ਲੜੀਵਾਰ ਕਥਾ ਚੱਲ ਰਹੀ ਸੀ, ਉਸ ਨੂੰ ਫਿਰ 26 ਤਾਰੀਖ ਤੋਂ ਬਾਅਦ ਕੰਟੀਨਿਊਸਲੀ ਆਪ ਸਰਵਣ ਕਰੋਗੇ। ਵਿਚਕਾਰ ਅੱਜ ਦਾ ਦਿਨ ਔਰ ਇਸ ਢੰਗ ਨਾਲ ਬਾਕੀ ਦੇ ਦਿਹਾੜੇ ਮਹਾਰਾਜ ਜੀ ਦੀ ਸ਼ਹਾਦਤ ਤੱਕ ਇਹ ਅਦੁੱਤੀ ਅਵਿਸਮਰਣੀਏ ਤੇ ਬੰਦਨੀਏ ਅਰਚਨੀਏ ਸ਼ਹਾਦਤ ਨੂੰ ਸਮਰਪਿਤ ਹੁੰਦਿਆਂ ਹੋਇਆਂ ਇਹ ਵਿਚਾਰ ਸਰਵਣ ਕਰੀਏ। ਪੇਸ਼ਤਰ ਇੱਕ ਵਾਰੀ ਸਾਰੇ ਆਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਇੱਕ ਵਾਰੀ ਫਿਰ ਗੱਜ ਕੇ ਆਖੋ ਜੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੇ ਲਿਖਣ ਮੁਤਾਬਕ ਜਹਾਂਗੀਰ ਲਾਹੌਰ ਵਿੱਚ ਠਹਿਰਿਆ ਹੋਇਆ ਸੀ। ਮਹਾਰਾਜ ਨਾਲ ਕੁਝ ਵਿਚਾਰਾਂ ਵੀ ਹੋਈਆਂ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਬ੍ਰਹਮ ਗਿਆਨ ਲਬਰੇਜ਼ ਬੋਲ ਉਸ ਨਾਲ ਸਾਂਝੇ ਕੀਤੇ। ਜਿੱਥੇ ਹੋਰ ਅਹਿਲਕਾਰ ਸਨ, ਉੱਥੇ ਨਾਲ ਦੀਵਾਨ ਚੰਦੂ ਵੀ ਸੀ, ਜਿਹੜਾ ਮਹਾਰਾਜ ਜੀ ਦੇ ਨਾਲ ਅੰਦਰੋਂ ਖਾਰ ਖਾਂਦਾ ਸੀ, ਕਿਉਂਕਿ ਇਸਨੇ ਰਿਸ਼ਤਾ ਕਰਨਾ ਚਾਹਿਆ ਤੇ ਮਹਾਰਾਜ ਜੀ ਨੇ ਨਾ ਕਰ ਦਿੱਤੀ। ਔਰ ਨਾ ਕਰਨ ਦਾ ਕਾਰਨ ਵੀ ਗੁਰੂ ਕੇ ਸਿੱਖਾਂ ਦੀ ਬੇਨਤੀ ਸੀ, ਮਹਾਰਾਜ ਆਪ ਚੁਬਾਰਾ ਬਣਿਓ ਪਾਪੀ, ਗੁਰ ਕਾ ਘਰ ਇਸ ਮੋਰੀ ਜਾਤੀ। ਜਦ ਲਾਗੀ ਰਿਸ਼ਤਾ ਕਰਕੇ ਆਏ ਤੇ ਆ ਕੇ ਦੀਵਾਨ ਚੰਦੂ ਨੂੰ ਆਖਿਆ, ਦੀਵਾਨ ਸਾਹਿਬ, ਉੱਚੀ ਕੁੱਲ, ਉੱਚਾ ਖਾਨਦਾਨ, ਉੱਚਾ ਸਨਮਾਨ, ਸ਼ਹਿਨਸ਼ਾਹੀ ਸਿੰਘਾਸਣਾਂ ਦੇ ਮਾਲਕ, ਜਿਨ੍ਹਾਂ ਦੇ ਘਰ
ਕਰੋੜਾਂ ਸੂਰਜਾਂ ਨਾਲੋਂ ਜ਼ਿਆਦਾ ਤੇਜ਼ ਰੱਖਣ ਵਾਲੇ, ਕਰੋੜਾਂ ਚੰਦਰਮਿਆਂ ਨਾਲੋਂ ਜ਼ਿਆਦਾ ਖੂਬਸੂਰਤੀ ਰੱਖਣ ਵਾਲੇ, ਕਰੋੜਾਂ ਸਾਗਰਾਂ ਨਾਲੋਂ ਜ਼ਿਆਦਾ ਵਿਸ਼ਾਲ ਹਿਰਦਾ ਰੱਖਣ ਵਾਲੇ ਸ੍ਰੀ ਹਰਗੋਬਿੰਦ ਸਾਹਿਬਜ਼ਾਦੇ ਦੇ ਰੂਪ ਵਿੱਚ ਮੌਜੂਦ ਨੇ। ਤੇ ਅਸੀਂ ਅੱਜ ਤੱਕ ਜਿਤਨੇ ਰਿਸ਼ਤੇ ਕਰਕੇ ਆਏ ਹਾਂ ਉਹਦੇ ਵਿੱਚ ਅਮੀਰਾਂ ਦੇ, ਵਜ਼ੀਰਾਂ ਦੇ, ਸ਼ਹਿਨਸ਼ਾਹਾਂ ਦੇ ਰਿਸ਼ਤੇ ਨੇ, ਪਰ ਅੱਜ ਤੱਕ ਇਸ ਤਰ੍ਹਾਂ ਦਾ ਰਿਸ਼ਤਾ ਅਸੀਂ ਨਹੀਂ ਕੋਈ ਕੀਤਾ ਹੋਵੇਗਾ ਜਿਸ ਤਰ੍ਹਾਂ ਦਾ ਇਹ ਕਰਕੇ ਆਏ। ਸ਼ਹਿਨਸ਼ਾਹ ਨੂੰ ਵੀ ਇਤਨੇ ਸਜਦੇ ਨਹੀਂ ਹੁੰਦੇ ਜਿਤਨੇ ਸਜਦੇ ਤੁਹਾਡੇ ਕੁੜਮਾਂ ਨੂੰ ਹੁੰਦੇ ਹਨ। ਬੜਾ ਮਨ ਵਿੱਚ ਖੁਸ਼ ਹੋਇਆ, ਆਖਿਆ ਉਸ ਅਮੀਰ ਦਾ, ਵਜ਼ੀਰ ਦਾ, ਸ਼ਹਿਨਸ਼ਾਹ ਦਾ ਨਾਮ ਦੱਸੋ। ਉਹਨਾਂ ਲਾਗੀਆਂ ਨੇ ਕਿਹਾ, ਦੀਵਾਨ ਸਾਹਿਬ ਉਹ ਅਮੀਰ, ਵਜ਼ੀਰ, ਸ਼ਹਿਨਸ਼ਾਹ ਨਹੀਂ, ਬਲਕਿ ਕਰੋੜਾਂ ਸ਼ਹਿਨਸ਼ਾਹ ਉਹਨਾਂ ਦਾ ਪਾਣੀ ਭਰਦੇ ਨੇ, ਉਹਨਾਂ ਦੇ ਚਰਨਾਂ 'ਤੇ ਸੀਸ ਰੱਖਦੇ। ਆਖਿਆ, ਅੱਛਾ ਐਸਾ ਕਿਹੜਾ ਸ਼ਹਿਨਸ਼ਾਹ ਜਿਸ ਬਾਰੇ ਮੈਨੂੰ ਨਹੀਂ ਪਤਾ? ਆਖਿਆ, ਤੁਹਾਨੂੰ ਵੀ ਪਤਾ ਹੈ, ਜਾਣਦੇ ਹੋ? ਉਹ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਤੇ ਉਹਨਾਂ ਦੇ ਸੁਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਨੇ। ਸੁੰਦਰ ਸ੍ਰੀ ਹਰਗੋਬਿੰਦ ਚੰਦ ਸੰਗ ਚਲਤ ਹੋਏ ਸੋਭ ਬੁਲੰਦ। ਉਹਨਾਂ ਵਰਗਾ ਰਿਸ਼ਤਾ ਅੱਜ ਤੱਕ ਸਾਡੇ ਖਾਨਦਾਨ 'ਚ ਕਿਸੇ ਨੇ ਨਹੀਂ ਦੇਖਿਆ ਹੋਵੇਗਾ। ਸਾਡਾ ਲਾਗੀਆਂ ਦਾ ਖਾਨਦਾਨ ਰਿਸ਼ਤੇ ਕਰਦੇ ਆ ਰਹੇ। ਉਸਨੇ ਕਿਹਾ, ਚਲੋ ਜੋ ਕਰ ਆਏ ਹੋ ਠੀਕ ਕਰ ਆਏ ਹੋ, ਪਰ ਤੁਸੀਂ ਹਿਸਾਬ ਕਿਤਾਬ ਠੀਕ ਨਹੀਂ ਲਾਇਆ। ਚੌਬਾਰੇ ਦੀ ਇੱਟ ਮੋਰੀ ਨੂੰ ਲਾ ਆਏ ਹੋ, ਕਿੱਥੇ ਮੈਂ ਤੇ ਕਿੱਥੇ ਉਹ ਫਕੀਰ। ਇਹ ਗੱਲ ਸੰਗਤਾਂ ਦੇ ਕੰਨਾਂ ਵਿੱਚ ਪੈ ਗਈ। ਸਿੱਖ ਹਰ ਗੱਲ ਸਹਿ ਸਕਦਾ ਹੈ, ਪਰ ਜਦ ਉਸਦੇ ਗੁਰੂ ਨੂੰ ਕੋਈ ਛੁਟਿਆ ਕੇ ਬਿਆਨ ਕਰੇ, ਗੁਰੂ ਨੂੰ ਨੀਵਾਂ ਆਖਣ ਦਾ ਯਤਨ ਕਰੇ, ਤੇ ਸਿੱਖ ਇਹ ਗੱਲ ਕਦੀ ਵੀ ਨਹੀਂ ਸਹਿ ਸਕਦਾ। ਕਿਉਂਕਿ ਸਿੱਖ ਦੇ ਲੋਕ ਪਰਲੋਕ ਦਾ ਰਾਖਾ, ਲੋਕ ਪਰਲੋਕ ਦਾ ਦਾਤਾ ਤੇ ਲੋਕ ਪਰਲੋਕ ਦਾ ਮਾਲਕ ਗੁਰੂ ਨਾਨਕ ਹੈਗਾ ਹੈ। ਇਸ ਲਈ ਸਿੱਖ ਹੋਵੇਗਾ, ਗੁਰੂ ਦੀ ਨਿੰਦਾ ਨਹੀਂ ਸੁਣੇਗਾ। ਗੁਰ ਕੀ ਨਿੰਦਾ ਸੁਨਹਿ ਨਾ ਕਾਨ। ਉਹਨਾਂ ਨੇ ਲਿਖ ਭੇਜਿਆ, ਸੱਚੇ ਪਾਤਸ਼ਾਹ ਇਹ ਰਿਸ਼ਤਾ ਨਹੀਂ ਲੈਣਾ, ਹੰਕਾਰੀ ਹੈ। ਗੁਰ ਕਾ ਕਾਰਿਸ ਮੋਰੀ ਜਾਤੀ, ਆਪ ਚੁਬਾਰਾ ਬਣਿਓ ਪਾਪੀ। ਸੰਗਤ ਦਾ ਸਨਮਾਨ ਕਰਦਿਆਂ ਹੋਇਆਂ ਤੇ ਗੁਰਤਾ ਦਾ ਸਨਮਾਨ ਕਰਦਿਆਂ ਹੋਇਆਂ ਗੁਰੂ ਅਰਜਨ ਦੇਵ ਸਾਹਿਬ ਕਹਿਣ ਲੱਗੇ, ਹੁਣ ਇਹ ਰਿਸ਼ਤਾ ਕਦੀ ਵੀ ਨਹੀਂ ਹੋ ਸਕਦਾ। ਇਹ ਘਰ ਜਿਹੜਾ ਹੈ ਉਹ ਹੋਰ ਵੱਡੀਆਂ ਬਰਕਤਾਂ ਦਾ ਮਾਲਕ ਹੈ। ਦਰਗਾਹ ਮਾਣ ਨਿਮਾਣਾ ਪਾਵੈ, ਇੱਥੇ ਹੰਕਾਰੀਆਂ ਦਾ ਨਾਤਾ ਨਹੀਂ ਜੁੜ ਸਕਦਾ। ਹਰ ਜੂ ਅਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੇ। ਇਸ ਰਿਸ਼ਤਾ ਟੁੱਟਣ ਕਰਕੇ ਵੱਡੀ ਖਾਰ ਸੀ ਦੀਵਾਨ ਚੰਦੂ ਦੇ ਅੰਦਰ, ਬਈ ਮੇਰੀ ਬਹੁਤ ਬੇਇੱਜ਼ਤੀ ਹੋਈ ਹੈ, ਮੇਰਾ ਅਪਮਾਨ ਹੋਇਆ, ਮੇਰਾ ਰਿਸ਼ਤਾ ਮੋੜ ਦਿੱਤਾ। ਹੁਣ ਸਾਧ ਸੰਗਤ, ਪ੍ਰਕਿਰਤੀ ਦਾ ਇੱਕ ਨਿਯਮ ਹੈ, ਪਾਰ ਬ੍ਰਹਮ ਪਰਮੇਸ਼ਰ ਦਾ ਨਿਯਮ ਹੈ, ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਬਈ ਫਲਾਣੇ ਨੇ ਮੈਨੂੰ ਆਹ ਕਹਿ ਦਿੱਤਾ, ਮੇਰੇ ਨਾਲ ਆਹ ਕਰ ਦਿੱਤਾ। ਕੌਣ ਦੱਸੇ ਪੁਰਖਾ, ਕਦੀ ਆਪਣੇ ਕਰਮ ਵੀ ਦੇਖੇ ਮੈਂ ਕੀ ਕਰਦਾ। ਕੋਈ ਨਹੀਂ ਦੇਤਾ ਕਿसी को सजाएं, सजा बनकर आती हैं अपनी खताएं। ਆਪਣੀਆਂ ਗਲਤੀਆਂ ਹੀ ਸਜ਼ਾ ਦਾ ਕਾਰਨ ਬਣਦੀਆਂ।
ਇਸ ਲਈ ਮਨੁੱਖ ਫਲ ਦੇਖਦਾ ਵੀ ਇਹ ਫਲ ਕੀ ਮੈਨੂੰ ਮਿਲਿਆ। ਕੌਣ ਦੱਸੇ ਜੇ ਫਲ ਦੇਖਣ ਤੋਂ ਪਹਿਲੇ ਤੂੰ ਬੀਜ ਦੇਖਿਆ ਹੁੰਦਾ ਕਿ ਮੈਂ ਬੀਜਣ ਕੀ ਲੱਗਾ, ਕਿਹੜਾ ਬੀਜ ਪਾਉਣ ਲੱਗਾ, ਫਿਰ ਫਲ ਤੇਰੀ ਝੋਲੀ ਵਿੱਚ ਆਪੇ ਹੀ ਚੰਗਾ ਪੈ ਜਾਣਾ ਸੀ। ਕਿਤਨੇ ਮਹਾਨ ਅਜ਼ੀਮ ਤਰੀਨ ਰਸ ਲਬਰੇਜ਼ ਬੋਲ ਬਾਬਾ ਫਰੀਦ ਜੀ ਨੇ ਆਖੇ। ਫਰੀਦਾ ਲੋੜੈ ਦਾਖ ਬਜੌਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਏ ਦਾ, ਪੈਂਦਾ ਲੋੜੈ ਪੱਤ। ਪਰ ਇਹ ਪੋਸੀਬਲ ਨਹੀਂ ਹੈਗਾ, ਜੋ ਬੀਜਿਆ ਸੋ ਵੱਢਣਾ ਪੈਂਦਾ ਹੈ। ਇਸ ਲਈ ਜੇ ਪਹਿਲੇ ਹੰਕਾਰ ਦੇ ਬੋਲ ਨਾ ਬੋਲਦਾ ਤੇ ਫਿਰ ਤਿਰਸਕਾਰ ਦਾ ਫਲ ਝੋਲੀ 'ਚ ਨਾ ਪੈਂਦਾ। ਜਦੋਂ ਨਗਾਰਾ ਵੱਜ ਗਿਆ ਜਹਾਂਗੀਰ ਦੇ ਰੁਖਸਤ ਹੋਣ ਦਾ, ਨਿਸਬਤੀ ਪੁਨ ਪ੍ਰਾਤ ਭਈ ਸ਼ਾਹ ਬਾਗ ਕਹਿ ਦੀਨ, ਤੇ ਜਹਾਂਗੀਰ ਨੇ ਬੋਲ ਆਖ ਦਿੱਤੇ ਹਨ ਕਿ ਤਾਂ ਬਜੇ ਨਗਾਰੇ ਕੂਚ ਕੇ ਸੁਧ ਸਭੂ ਸੁਨ ਲੀਨ। ਸਾਰੇ ਲਸ਼ਕਰ ਨੂੰ ਪਤਾ ਚੱਲ ਗਿਆ ਵੀ ਹੁਣ ਰਵਾਨਗੀ ਹੈ, ਹੁਣ ਕੂਚ ਹੈ, ਕਿਆਮ ਖਤਮ ਹੈ ਤੇ ਕੂਚ ਹੈ। ਸਾਰੇ ਅਗਲੇ ਪੜਾਅ ਲਈ ਜਿੱਧਰ ਬਾਦਸ਼ਾਹ ਨੇ ਜਾਣਾ ਸੀ ਉਧਰ ਤਿਆਰੀਆਂ ਕਰ ਲਈਆਂ। ਤੇ ਦੀਵਾਨ ਚੰਦੂ, ਕਿਉਂਕਿ ਉਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਲਾਹੌਰ ਵਿੱਚ ਸਨ, ਆਪਣੀਆਂ ਸਾਜ਼ਿਸ਼ਾਂ ਆਪਣੇ ਖੋਟੇ ਮਨ ਨਾਲ ਜੋ ਬਣਤਰਾਂ ਬਣਾਈਆਂ ਹੋਈਆਂ ਨੇ ਉਸ ਮੁਤਾਬਕ ਉਹ ਕੰਮ ਕਰ ਰਹੇ। ਸਰਵਣ ਕਰੀਏ ਪੇਸ਼ਤਰ, ਇੱਕ ਵਾਰੀ ਆਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਇੱਕ ਵਾਰੀ ਫਿਰ ਆਖੋ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਦੋਹਰਾ ਨਿਸਾਬਿਤੀ ਪੁਨ ਪ੍ਰਾਤ ਪੇ, ਸਾਹੋ ਬਾਕ ਕਹਿ ਦੀਨ। ਰਾਤ ਬੀਤ ਗਈ ਤੇ ਸਵੇਰਾ ਹੋਇਆ ਤੇ ਸ਼ਹਿਨਸ਼ਾਹ ਜਹਾਂਗੀਰ ਨੇ ਇਹ ਬੋਲ ਆਖ ਦਿੱਤੇ। ਇਹ ਪ੍ਰਸੰਗ ਲਗਾਤਾਰ ਇੱਕ ਹਫ਼ਤਾ ਚੱਲਣਾ ਹੈ। ਅੱਜ ਮਿਲਾ ਕੇ 26 ਤਾਰੀਖ ਤੱਕ ਬਹੁਤ ਸਾਰੀਆਂ ਸੰਗਤਾਂ ਤੇ ਮਿਸ ਨਹੀਂ ਕਰਦੀਆਂ, ਰੋਜ਼ ਹੀ ਸੁਣਦੀਆਂ। ਹਜ਼ਾਰਾਂ ਹੀ ਫੋਨ ਸੰਗਤਾਂ ਦੇ ਰੋਜ਼ ਆ ਰਹੇ ਹਨ। ਉਹ ਕਹਿੰਦੇ ਨੇ ਵੀ ਅਸੀਂ ਸ਼ਾਮ ਨੂੰ ਇੰਤਜ਼ਾਰ ਕਰਨ ਲੱਗ ਪੈਂਦੇ, ਰੋਜ਼ਾਨਾ ਹੀ ਪ੍ਰੇਮ ਸਹਿਤ ਸਰਵਣ ਕਰਦੇ। ਪਰ ਜੇ ਕਿਸੇ ਨੇ ਹੁਣ ਤੱਕ ਮਿਸ ਵੀ ਕੀਤਾ ਹੋਵੇ ਤੇ ਹੁਣ ਸਾਰਿਆਂ ਨੂੰ ਦੱਸ ਦਿਓ ਬਈ ਆਹ ਹਫ਼ਤਾ ਮਿਸ ਨਹੀਂ ਕਰਨਾ, ਅੱਜ ਤੋਂ ਲੈ ਕੇ 26 ਤਾਰੀਖ ਤੱਕ। ਪ੍ਰਸੰਗ ਬਹੁਤ ਮੈਂ ਅਰਜ਼ ਕਰਾਂ ਮਹਾਰਾਜ ਜੀ ਦੀ ਸ਼ਹਾਦਤ ਨੂੰ ਬਿਆਨ ਕਰਦਾ ਹੈ। ਸਿੱਖ ਦੇ ਹਿਰਦੇ ਨੂੰ ਗੁਰੂ ਪਾਤਸ਼ਾਹ ਜੀ ਦੀ ਨੇੜਤਾ ਪ੍ਰਾਪਤ ਹੁੰਦੀ ਹੈ। ਇਸ ਲਈ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ, ਇਹਨਾਂ ਨੂੰ ਜ਼ਰੂਰ ਧਿਆਨਪੂਰਵਕ ਸਰਵਣ ਕਰਨਾ ਹੈ ਤੇ ਮਿਸ ਨਹੀਂ ਕਰਨਾ। ਸਰਵਣ ਕਰੀਏ। ਹਾਂਜੀ। ਨਿਸਾਬਿਤੀ ਪੁਨ ਪ੍ਰਾਤ ਪੀ, ਸਾਹੋ ਬਾਕ ਕਹਿ ਦੀਨ। ਇਸ ਢੰਗ ਦੇ ਨਾਲ ਸ਼ਹਿਨਸ਼ਾਹ ਔਰੰਗਜ਼ੇਬ ਨੇ ਇਹ ਜਹਾਂਗੀਰ ਨੇ ਬੋਲ ਆਖੇ। ਬਜੇ ਨਗਾਰੇ ਕੂਚ ਕੇ, ਸੁਧ ਸਭ ਹੂੰ ਸੁਨ ਲੀ। ਆਖਿਆ ਕੂਚ ਦਾ ਨਗਾਰਾ ਵਜਾ ਦਿਓ। ਜਦ ਸ਼ਹਿਨਸ਼ਾਹ ਚੱਲਦੇ ਸਨ ਤਾਂ ਨਗਾਰਾ ਵੱਜਦਾ ਸੀ। ਅੱਗੇ ਅੱਗੇ ਇਲਚੀ ਚੌਬਦਾਰ ਵੀ ਜਾਂਦੇ ਸਨ, ਉਹ ਸਾਵਧਾਨ ਕਰਦੇ ਜਾਂਦੇ ਸਨ। ਬਾ ਮੁਲਾਹਜ਼ਾ ਹੋਸ਼ਿਆਰ ਕਹਿੰਦੇ ਜਾਂਦੇ ਸਨ। ਜਹਾਂਗੀਰ ਦੀ ਤਸ਼ਰੀਫ ਆਵਰੀ ਹੋ ਰਹੀ ਹੈ ਕਹਿੰਦੇ ਜਾਂਦੇ ਸਨ। ਬਾਦਸ਼ਾਹ ਰੁਕਦਾ ਤਾਂ ਵੀ ਕਿਆਮ ਦਾ ਨਗਾਰਾ ਵੱਜਦਾ। ਔਰ ਨਗਾਰਾ ਸ਼ਹਿਨਸ਼ਾਹੀ ਸ਼ਾਨ ਦੀ ਪ੍ਰਤੀਕ ਹੈਗਾ, ਬਾਦਸ਼ਾਹੀ ਸਨਮਾਨ ਦਾ ਪ੍ਰਤੀਕ ਹੈਗਾ। ਤੇ ਮੈਂ ਅਰਜ਼ ਕਰਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਰੋਜ਼ ਹੀ ਨਗਾਰਾ ਵੱਜਦਾ। ਤੁਸੀਂ ਅੰਮ੍ਰਿਤ ਵੇਲੇ ਹੀ ਦੇਖਦੇ ਹੋ, ਸਵੇਰੇ ਜਦ ਕਿਵਾੜ ਖੁੱਲ੍ਹਦੇ ਹਨ, ਦਰ ਮਾਂਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੈ,
ਖੋਲ ਕਿਵਾੜ, ਅਰਦਾਸ ਹੁੰਦੀ ਹੈ ਕਿਵਾੜ ਖੋਲ੍ਹਣ ਦੀ, ਸੇਵਾ ਕਰਨ ਦੀ। ਤੇ ਉਸੇ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਮਿਹਰਾਂ ਦਾ ਨਗਾਰਾ ਨਾਲ ਵੱਜ ਪੈਂਦਾ। ਜਿਤਨੀ ਦੇਰ ਤੱਕ ਕਿਵਾੜ ਖੁੱਲ੍ਹ ਨਾ ਜਾਵਣ ਉਤਨੀ ਦੇਰ ਲਗਾਤਾਰ ਨਗਾਰਾ ਵੱਜਦਾ ਹੀ ਰਹਿੰਦਾ ਹੈ। ਤੁਸੀਂ ਰੋਜ਼ ਅੰਮ੍ਰਿਤ ਵੇਲੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਦਰਸ਼ਨ ਕਰਦੇ ਹੋ। ਇਹ ਸ਼ਹਿਨਸ਼ਾਹੀ ਨਗਾਰਾ ਨਹੀਂ ਬਲਕਿ ਰੱਬੀ ਨਗਾਰਾ ਹੈ। ਤੇ ਸਾਰੀਆਂ ਸ਼ਹਿਨਸ਼ਾਹੀਆਂ ਦੇ ਨਗਾਰਿਆਂ ਦੀ ਚੋਭ ਇਹਦੇ ਸਾਹਮਣੇ ਫਿੱਕੀ ਪੈ ਜਾਂਦੀ। ਗੁਰਸ਼ਬਦੀ ਗੋਬਿੰਦ ਗੱਜਿਆ, ਇਹ ਪਾਰ ਬ੍ਰਹਮ ਪਰਮੇਸ਼ਰ ਦੀ ਗਰਜਨਾ ਜੋ ਦੱਸਦੀ ਹੈ ਕਿ ਇਸ ਸਿੰਘਾਸਣ ਨੂੰ ਜੋ ਸਜਦਾ ਕਰੇਗਾ ਉਸ ਦਾ ਮਾਣ ਸਨਮਾਨ ਨਾਲ ਜੀਵਨ ਲਬਰੇਜ਼ ਹੋ ਜਾਏਗਾ, ਭਰ ਜਾਏਗਾ। ਹਾਂਜੀ। ਚੌਪਈ ਹਜ਼ਰਤ ਜਬ ਤਿਆਰ ਹੋਏ ਗਇਓ, ਜਦੋਂ ਜਹਾਂਗੀਰ ਚੱਲਣ ਵਾਸਤੇ ਰੁਖਸਤ ਹੋਣ ਲਈ ਤਿਆਰ ਹੋ ਗਿਆ, ਚੰਦੂ ਅਖੀ ਮੇਲ ਤਬ ਕੀਓ, ਉਸ ਵੇਲੇ ਪਾਪੀ ਚੰਦੂ ਆ ਕੇ ਮਿਲਿਆ ਹੈ। ਦੇਹੋ ਪ੍ਰਵਾਨ ਕੀ ਮੁਝ ਕੋ ਆਪੂ, ਆਖਣ ਲੱਗਾ ਹੈ ਸ਼ਹਿਨਸ਼ਾਹ ਹੈ ਹਿੰਦ, ਆਲੀ ਜਾ ਜਹਾਂ ਪਨਾ, ਮੈਨੂੰ ਪ੍ਰਵਾਨਗੀ ਦੇਵੋ, ਮਨਜ਼ੂਰੀ ਦੇਵੋ। ਦਿਨ ਚਾਰਕ ਮਹਿ ਕਰਬ ਮਿਲਾਪੂ, ਮੈਂ 4 ਦਿਨਾਂ ਬਾਅਦ ਤੁਹਾਨੂੰ ਮਿਲਦਾ ਹਾਂ। ਮੈਂ ਹੁਣ ਤੁਹਾਡੇ ਨਾਲ ਨਹੀਂ ਜਾ ਸਕਣਾ, ਮੈਨੂੰ ਕੁਝ ਜ਼ਰੂਰੀ ਰੁਝੇਵੇਂ ਨੇ, ਇਸ ਲਈ ਮੈਨੂੰ ਇੱਥੇ ਰਹਿਣ ਦੀ ਆਗਿਆ ਦੇਵੋ। ਕਛੂ ਮਾਮਲੇ ਕੀ ਰਹਿ ਕਰ, ਕੁਝ ਮਾਮਲੇ ਜਿਹੜੇ ਨੇ ਉਹ ਉਗਰਾਣ ਵਾਲੇ ਬਾਕੀ, ਔਰ ਇਸ ਢੰਗ ਦੇ ਨਾਲ ਇੱਕ ਸੰਮਤ ਕੀ ਕਰਨ ਸੰਭਾਰ, ਇੱਕ ਪੂਰੇ ਸਾਲ ਦੇ ਮਾਮਲੇ ਇਧਰੋਂ ਉਧਰੋਂ ਕਿਸਾਨਾਂ ਤੋਂ ਹੋਰ ਲੋਕਾਂ ਤੋਂ ਉਗਰਾਉਣ ਵਾਲੇ, ਉਹ ਮੈਂ 2-4 ਦਿਨਾਂ ਵਿੱਚ ਸਾਰੀ ਉਗਰਾਈ ਇਕੱਠੀ ਕਰ ਲਵਾਂਗਾ। ਨਵੀਂ ਸਿੰਧ ਲਾਗੇ ਸਮੁਦਾਏ, ਬਹੁਤ ਸਾਰੇ ਖਾਤਾ ਲਿਖਣ ਵਾਲੇ ਨਵੀਸਨ ਲੱਗੇ ਹੋਏ ਹਨ। ਜਮਾ ਖਰਚ ਕੋ ਸਭ ਸਮਝਾਏ, ਉਹ ਸਾਰਾ ਜਮਾ ਕੀ ਹੈ ਤੇ ਖਰਚ ਕੀ ਹੋਇਆ, ਉਹ ਸਾਰਾ ਮੈਂ ਹਿਸਾਬ ਕਿਤਾਬ ਇਸ ਇਲਾਕੇ ਦਾ ਲਗਾਉਣ ਵਾਸਤੇ ਸਮਝਦਾ ਪਿਆ, ਸਮਝਾ ਰਿਹਾ ਹਾਂ ਤੇ ਉਹ ਵੀ ਸਮਝਾ ਰਹੇ ਹਨ। ਕਰ ਫਰੇਬ ਕੋ ਛੋਰਿਓ ਹੱਥ, ਔਰ ਇਸ ਤਰ੍ਹਾਂ ਦੇ ਨਾਲ ਫਰੇਬ ਕਰਕੇ ਸੱਲ ਹੈ ਮਨ ਵਿੱਚ। ਗੁਰੂ ਅਰਜਨ ਦੇਵ ਜੀ ਨੂੰ ਕਸ਼ਟ ਦੇਣਾ ਚਾਹੁੰਦਾ, ਤਸੀਹੇ ਦੇਣਾ ਚਾਹੁੰਦਾ ਹੈ। ਸਾਮ ਦਾਮ ਦੰਡ ਭੇਦ ਸਾਰੀਆਂ ਹੱਥ ਕੰਡਿਆਂ ਵਾਲੀਆਂ ਚੀਜ਼ਾਂ ਅਪਣਾਉਣਾ ਚਾਹੁੰਦਾ, ਹੱਥ ਕੰਡੇ ਅਪਣਾਉਣਾ ਚਾਹੁੰਦਾ। ਇਸ ਢੰਗ ਦੇ ਨਾਲ ਫਰੇਬ ਕਰਕੇ ਜਹਾਂਗੀਰ ਨਾਲ ਸਾਹੋ ਨਾ ਚਿਤਵੀ ਪੁਨ ਗੁਰ ਗਾਥ, ਤੇ ਔਰੰਗਜ਼ੇਬ ਦੇ ਜਹਾਂਗੀਰ ਦੇ ਮਨ ਵਿੱਚ ਫਿਰ ਉਹ ਗੱਲ ਨਹੀਂ ਆਈ ਗੁਰੂ ਅਰਜਨ ਦੇਵ ਜੀ ਦੇ ਬਾਰੇ, ਕਿਉਂਕਿ ਹੋਰ ਉਹਦੇ ਬੜੇ ਰੁਝੇਵੇਂ ਸਨ। ਬਹੁਤ ਧੰਦੇ ਗਣ ਭੋਗਣ ਵਿਸੈ, ਬਹੁਤ ਵਿਕਾਰੀ ਵੀ ਹੈ ਤੇ ਬੜੇ ਧੰਦਿਆਂ ਵਿੱਚ ਵੀ ਪਿਆ ਹੋਇਆ। ਤਾਨੇ ਇਕੱਠਾ ਕਰਨਾ, ਕਿਧਰੇ ਜੰਗ ਕਰਨਾ, ਕਿਧਰੇ ਕਠਮੁੱਲਿਆਂ ਨੂੰ ਜਿਹੜਾ ਖੁਸ਼ ਰੱਖਣਾ ਆਦਿਕ। ਮੋਹਰ ਚਲਿਓ ਚੜ ਕਿਆ ਸੁਧ ਤਿਸੈ, ਔਰ ਇਸ ਤਰ੍ਹਾਂ ਦੇ ਨਾਲ ਭਾਈ ਸਾਹਿਬ ਲਿਖਦੇ ਨੇ ਉਹ ਚੜ੍ਹਾਈ ਕਰ ਗਿਆ, ਭਾਵ ਅੱਗੇ ਵਾਸਤੇ ਚੱਲ ਪਿਆ ਤੇ ਉਹਨੂੰ ਬਹੁਤੀ ਸੁਧ ਨਾ ਰਹੀ। ਪੂਰਬ ਪੀ ਕਬ ਗੁਰੂ ਪ੍ਰਸੰਗ, ਪਹਿਲਾਂ ਵੀ ਕੋਈ ਗੁਰੂ ਅਰਜਨ ਦੇਵ ਜੀ ਦੇ ਬਾਰੇ ਖਾਸ ਜ਼ਿਕਰ ਉਹਦੇ ਨਾਲ ਨਾ ਹੋਇਆ। ਕੋਏ ਨਾ ਕਰਤ ਸਾਹੂ ਕੇ ਸੰਗ, ਹੋਰ ਕੋਈ ਉਹਦਾ ਅਹਿਲਕਾਰ ਇਹ ਜ਼ਿਕਰ ਨਹੀਂ ਕਰਦਾ। ਇਹ ਜ਼ਿਕਰ ਚੰਦੂ ਨਹੀਂ ਕੀਤਾ। ਖੁਸਰੋ ਵਾਸਤੇ ਚੜ੍ਹਦੀ ਕਲਾ ਲਈ ਅਰਦਾਸ ਕਰਨੀ, ਉਹਨੂੰ ਆਏ ਹੋਏ ਨੂੰ ਲੰਗਰ ਦੇਣਾ। ਇਹ ਤਾਂ ਮੈਂ ਅਰਜ਼ ਕਰਾਂ ਗੁਰੂ ਘਰ ਦਾ ਬਿਰਧ ਹੈਗਾ। ਜੋ ਵੀ ਆ ਜਾਏ ਲੰਗਰ ਦੇ ਵੇਲੇ ਆਵੇਗਾ ਤੇ ਲੰਗਰ ਉਸ ਨੂੰ ਸਨਮਾਨ ਨਾਲ ਮਿਲੇਗਾ, ਭਾਵੇਂ ਦੁਸ਼ਮਣ ਹੋਵੇ। ਜੰਗਾਂ ਯੁੱਧਾਂ ਵੇਲੇ ਵੀ ਐਸਾ ਚੱਲਦਾ ਰਿਹਾ। ਦੇਤ ਆਵਾਜ਼ਾ ਭੁੱਖਾ ਕੋਈ,
आवो सको देग त्यार गुर होई। ताहे समय दुश्मन चल आवे, परम मीत सम ताहे सकावे। गुरु का ये बिरद है, गुरु संगत दा, गुर सिखां दा सुभाव है, मुढ़ कदीमां दा। अज भी तुसी देख लो करोना नाम दी महामारी फैली हुई। अज इतिहास विच लिखिया गया कि सब तो अगे हो के प्राणा दी बाजी ला के अगर कोई सेवा कर रहा है तो होर कोई नहीं है, गुरु गोबिंद सिंह महाराज का खालसा कर रहा है, गुरु की संगत कर रही। कदों भी इतिहास विच विपता का समा आया तो सब तो अगे सिख होए। मैं अर्ज करना चाहता, पढ़ के देखियो बारीकी नाल। हर वेले सिखां ने इस देश नूं बचाया, धर्म नूं बचाया, मनुखता लई ते एहसान नहीं किया। जद गुरु गोबिंद सिंह महाराज जी दे कोल किरपा राम आदक पहुंचे ते शुकराना किया कि तुसी साडा धर्म बचा लिया है। ते गुरु गोबिंद सिंह महाराज ने जो बोल आखे ने वो वड्डी महानता ते वड्डी निर्माणता नूं बयान करदे। आखण लगे नहीं असी नहीं बचाया, ये परमेश्वर ने बचाया है। तिलक जन्यू राखा प्रभ ताका। सब कुछ वार के सदके करके ते फिर ये कहना नहीं असी नहीं किया, ये प्रभु ने आप राखी की, अपना आपा जनाउणा नहीं। तिलक जन्यू राखा प्रभ ताका, किनो बड़ो कलू मैं साका। ये तो मुढ़ कदीमां तो सिख का सुभाव रहा है। और इस ढंग दे नाल ये प्रसंग सतगुरु जी का कि जिस बारे औरंगजेब नूं शिकायत की दीवान चंदू ने बई बागी खुसरो नूं पनाह दिती, लंगर दिता, अरदास की है, होर भी कई गल्लां नाल जोड़ियां होणगियां। सिमर द्वैत को दुष्ट चलावे। और इस तरह दे नाल भाई साहब भाई संतोख सिंह जी लिखते ने, सिमर द्वैस को दुष्ट चलावे। इहदे अंदर द्वैस है, वैर है, विरोध है। और इस ढंग नाल कुछ होर भी विरोधी नाल जुड़े हुए सन। जिमें शेख अहमद सरहंदी है, वो नक्शबंदी फिरका है, उहदा मुखी सी। उहदा खासम खास चेला मुर्तज़ा खान, खान बहादुर मुर्तज़ा खान, जिहड़ा जहांगीर दा सिपा सालार सी, फौजां दा जरनैल सी, मुखालफत सी उहदे अंदर महाराज। इसे तरह शेख फतेह अली जिहदी कबर ते लोकी खीरां पाउण जांदे, इस दे अंदर भी भयानक ईरखा सी बई राज साडा है ते जय जयकार इन्हां दी हुंदी। भाई जय जयकार ते शुभ गुणां दी हुंदी है, कोई भी कर ले। जिहड़े शुभ कर्म करदे ने, मनुखता दी सेवा सन्मान करदे ने, पार ब्रह्म परमेश्वर का नाम जपदे ने, उन्हां दी जय जयकार तिन्नां लोकां च हुंदी। मानस क्या विचारा त्यों लोक सुनाए सी, नानक आप निहाल सब कुल तार सी। और इस ढंग दे नाल दीवान चंदू इत्यादि के मिले हुए सन। शेख अहमद सरहंदी, दीवान चंदू, शेख फत्ता, मुर्तज़ा खान ते स्वयं जहांगीर। थोड़ा गहराई नाल पढ़ोगे तो सारिया चीज़ां सामने आ जाणगियां। पर साडे कोल इतना समा कित्थे है भी असी इतिहास पढ़ीए। असी तो बिना कारण एक दूजे दे विरोध च लगे रहने, एक दूजे का नुकसान करते रहने, अपने घर नूं नरक बना लैने नितनेम नालों टुट के, अपने बच्चों की जिंदगी तबाह कर लैंदे नाम नालों टुट के,
ਤੇ ਇਤਨਾ ਸਮਾਂ ਹੀ ਨਹੀਂ ਕੱਢਦੇ ਵੀ ਥੋੜਾ ਸਮਾਂ ਪੜ੍ਹ ਲਈਏ ਜਾਂ ਸੁਣ ਹੀ ਲਈਏ। ਤੇ ਸਗੋਂ ਕੁਝ ਖਰੜ ਗਿਆਨੀ ਹਰ ਗੱਲ ਤੇ ਨੁਕਤਾਚੀਨੀ ਵੀ ਕਰਦੇ, ਹਰ ਗੱਲ ਤੇ ਕਿੰਤੂ ਪ੍ਰੰਤੂ ਵੀ ਕਰਦੇ। ਹੋਰ ਕੋਈ ਨਹੀਂ ਕਰਦਾ, ਇਹ ਸਾਡੇ ਵਿੱਚ ਹੀ ਵੜੇ ਹੋਏ ਨੇ ਜਿਨ੍ਹਾਂ ਨੂੰ ਗੁਰੂ ਦੀ ਹਰ ਗੱਲ ਤੇ ਕਿੰਤੂ ਆਉਂਦਾ। ਇਸ ਢੰਗ ਦੇ ਨਾਲ ਇਹ ਦੋਨੇ ਆਪਣਾ ਦੀਵਾਨ ਚੰਦੂ ਮਹਾਰਾਜ ਜੀ ਦੇ ਨਾਲ ਆਪਣੀ ਪਰਸਨਲ ਵੈਰ ਭਾਵਨਾ ਵੀ ਰੱਖਦਾ ਹੈ। ਇਸ ਢੰਗ ਨਾਲ ਜਹਾਂਗੀਰ ਨੂੰ ਵੀ ਖੁਸ਼ ਕਰਨਾ ਚਾਹੁੰਦਾ ਹੈ। ਸੁਲਹੀ ਸੁਲਭੀ ਚੰਦ ਬਤਾਵੈ। ਔਰ ਇਸ ਤਰ੍ਹਾਂ ਦੇ ਨਾਲ ਸੁਲਭੀ ਹੈ, ਸੁਲਹੀ ਖਾਨ ਹੈ, ਇਹ ਵੀ ਸਾਰੇ ਮਹਾਰਾਜ ਜੀ ਤੇ ਹਮਲੇ ਕਰਦੇ ਰਹੇ ਹਨ। ਚੰਦੂ ਆਦਿਕ ਲੈਣਾ ਦੇਣਾ ਕਿਹ ਸੰਗ ਕੋਈ ਨਾ। ਇਹਨਾਂ ਨੇ ਕੁਝ ਲੈਣਾ ਦੇਣਾ ਨਹੀਂ ਹੈਗਾ। ਭਾਵ ਮਿਲਣਾ ਕੀ ਹੈ? ਜੇ ਪਾਰ ਬ੍ਰਹਮ ਪਰਮੇਸ਼ਰ ਰੂਪ ਗੁਰੂ ਅਰਜਨ ਦੇਵ ਜੀ ਨਾਲ ਵਿਰੋਧ ਕਰਨਗੇ ਤੇ ਮਿਲਣਾ ਕੀ ਹੈਗਾ ਹੈ? ਹਾਂਜੀ, ਧਨ ਹੰਕਾਰੀ ਜਾਣਹਿ ਸੋਇ ਨਾ। ਔਰ ਇਸ ਤਰ੍ਹਾਂ ਧਨ ਦਾ ਹੰਕਾਰ ਹੈ ਤੇ ਉਹ ਜਾਣਦੇ ਨਹੀਂ ਹਨ ਗੁਰੂ ਮਹਿਮਾ ਨੂੰ। ਅਹ ਤੁਰਕ ਪੁਨ ਗਰਸੇ ਵਿਕਾਰਾ। ਤੁਰਕ ਰਾਜ ਹੈ, ਵਿਕਾਰਾਂ ਵਿੱਚ ਗ੍ਰਸਤ ਹੈ ਜਹਾਂਗੀਰ। ਕਹਾ ਚਿਨਾਰੀ ਗੁਰੂ ਉਦਾਰਾ। ਉਹਨਾਂ ਨੂੰ ਗੁਰੂ ਪਾਤਸ਼ਾਹ ਜੀ ਦੀ ਉਦਾਰਤਾ ਦੀ ਪਛਾਣ ਨਹੀਂ ਹੈਗੀ, ਵਿਸ਼ਾਲਤਾ ਦੀ, ਮਹਾਨਤਾ ਦੀ, ਮਨੁੱਖਤਾ ਦੀ। ਜੋ ਸੇਵਾ ਗੁਰੂ ਅਰਜਨ ਦੇਵ ਸਾਹਿਬ ਕਰ ਰਹੇ ਹਨ ਉਸ ਦੀ ਪਛਾਣ ਇਹਨਾਂ ਨੂੰ ਨਹੀਂ ਹੈਗੀ। ਨਹਿ ਪ੍ਰਸੰਗ ਚਲ ਮਿਲੇ ਪਿਛਾਰੀ। ਔਰ ਇਸ ਤਰ੍ਹਾਂ ਦੇ ਨਾਲ ਨਹਿ ਪ੍ਰਸੰਗ ਚਲ ਮਿਲੇ ਪਿਛਾਰੀ, ਇਹ ਜਿਹੜੇ ਨੇ ਪਿੱਛੇ ਨਾਲ ਨਹੀਂ ਗਏ ਹਨ, ਜਿਹੜੇ ਹੋਰ ਪ੍ਰਸੰਗ ਪਿੱਛੇ ਚੱਲੇ ਹਨ। ਵਰਜ ਦੀਏ ਚੰਦੂ ਦੁਰਚਾਰੀ। ਜਿਹੜੇ ਹੋਰ ਵੀ ਕੁਝ ਇਹਦੇ ਅਹਲਕਾਰ ਹਨ ਉਹ ਵੀ ਦੁਰਾਚਾਰੀ ਚੰਦੂ ਨੇ ਵਰਜ ਦਿੱਤੇ। ਬਈ ਕੋਈ ਵੀ ਗੁਰੂ ਅਰਜਨ ਦੇਵ ਜੀ ਦੀ ਵਡਿਆਈ, ਪਵਿੱਤਰਤਾ, ਉਦਾਰਤਾ, ਮਹਾਨਤਾ ਇਹ ਜਹਾਂਗੀਰ ਨਾਲ ਸਾਂਝੀ ਨਾ ਕਰੇ, ਤਾਂ ਕਿ ਉਹਦੇ ਮਨ ਵਿੱਚ ਕੋਈ ਭਾਵ ਇਸ ਤਰ੍ਹਾਂ ਦਾ ਨਾ ਆ ਜਾਏ ਮਹਾਰਾਜ ਜੀ ਦੀ ਹਮਾਇਤ ਦਾ ਜਾਂ ਉਹਨਾਂ ਦੀ ਪਾਕੀਜ਼ਗੀ ਦਾ। ਗਮਨਤ ਮਿਲਿਓ ਸਕਲ ਕੋ ਜਾਏ। ਇਹ ਚਲਦਿਆਂ ਸਾਰ ਸਾਰਿਆਂ ਨੂੰ ਵੀ ਮਿਲਿਆ ਬਈ ਧਿਆਨ ਰੱਖਣਾ ਗੁਰੂ ਅਰਜਨ ਦੇਵ ਜੀ ਦੀ ਕੋਈ ਹਮਾਇਤ ਨਾ ਕਰ ਦੇਵੇ। ਜੇ ਹਜੂਰ ਗੁਰ ਗਾਥ ਚਲਾਏ। ਜੇ ਕਿਧਰੇ ਹਜ਼ੂਰ ਭਾਵ ਜਹਾਂਗੀਰ ਗੁਰੂ ਅਰਜਨ ਦੇਵ ਜੀ ਦੀ ਗੱਲ ਚਲਾਉਣ ਵੀ, ਕੋਈ ਉਹਨਾਂ ਬਾਰੇ ਗੱਲ ਚੱਲੇ ਵੀ, ਤਾਂ ਬੁੱਧ ਬਲ ਤੇ ਬਰ ਜੋ ਤਿਹ ਰੋਕ। ਆਪਣੇ ਬੁੱਧੀ ਬਲ ਨਾਲ ਉਸ ਜ਼ਿਕਰ ਨੂੰ ਰੋਕ ਦੇਵੋ, ਉਹ ਜ਼ਿਕਰ ਚੱਲਣ ਨਹੀਂ ਦੇਣਾ ਤੇ ਵਡਿਆਈਆਂ ਸਮਝ ਆਉਣ ਨਹੀਂ ਦੇਣੀ। ਅੱਜ ਵੀ ਤੁਹਾਨੂੰ ਬੜੇ ਮਿਲ ਜਾਣਗੇ ਜਿਹੜੇ ਆਪਣਾ ਦਾਲ ਫੁਲਕਾ ਚਲਾਉਣ ਲਈ ਸਤਿਗੁਰੂ ਜੀ ਦੀ ਵਡਿਆਈ ਨੂੰ ਰੋਕ ਦਿੰਦੇ, ਬੜੀਆਂ ਉਦਾਹਰਨਾਂ ਦੇਣਗੇ, ਬੜੀਆਂ ਦਲੀਲਾਂ ਦੇਣਗੇ, ਤੇ ਪਿੱਛੇ ਮਕਸਦ ਹੋਰ ਕੋਈ ਨਹੀਂ ਹੈ। ਮਕਸਦ ਸਿਰਫ ਆਪਣੀ ਰੋਟੀ ਤੱਕ ਹੈਗਾ। ਤੇ ਮੈਂ ਅਰਜ਼ ਕਰਾਂ, ਜੇ ਇਸ ਤਰ੍ਹਾਂ ਹੀ ਰੋਟੀ ਖਾਣੀ ਹੈ ਤੇ ਰੋਟੀ ਤੇ ਕੁੱਤਿਆਂ ਨੂੰ ਵੀ ਮਿਲ ਜਾਂਦੀ, ਰੋਟੀ ਤੇ ਪੰਛੀਆਂ ਪਸ਼ੂਆਂ ਨੂੰ ਵੀ ਮਿਲ ਜਾਂਦੀ, ਉਹ ਵੀ ਭੋਜਨ ਕਰਕੇ ਹੀ ਸੌਂਦੇ ਨੇ। ਤੇ ਫਿਰ ਹੈ ਮਨੁੱਖ, ਤੂੰ ਕੀ ਖੱਟ ਲਿਆ, ਤੂੰ ਕੀ ਲੱਭ ਲਿਆ? ਸਿਵਾਏ ਦੁੱਖ ਦੇ, ਸਿਵਾਏ ਰੋਗਾਂ ਸੋਗਾਂ ਦੇ ਤੇ ਸਿਵਾਏ ਅਪਮਾਨ ਦੇ, ਐਸੇ ਲੋਕਾਂ ਦੀ ਝੋਲੀ 'ਚ ਕੁਛ ਵੀ ਨਹੀਂ ਪੈਂਦਾ ਜੋ ਗੁਰੂ ਦੀ ਗਾਥਾ, ਗੁਰੂ ਦੀ ਪ੍ਰਭਤਾ, ਗੁਰੂ ਦੀ ਵਡਿਆਈ ਤੇ ਆਪਣੇ ਬੁੱਧੀ ਬਲ ਨਾਲ ਨੁਕਤੇ ਉਠਾਉਂਦੇ ਨੇ ਔਰ ਰੋਕਦੇ ਹਨ। ਉਹ ਜਹਾਂਗੀਰ ਦੇ ਸਾਥੀਆਂ ਵਰਗੇ ਹੀ ਹਨ। ਕਿਆ ਤਿਨ ਗਾਥ ਫਕੀਰ ਜੇ ਲੋਕ। ਔਰ ਇਸ ਤਰ੍ਹਾਂ ਦੇ ਨਾਲ ਕਹਿ ਦੇਣਾ ਵੀ ਕੀ ਗੱਲ ਕਰਨੀ ਆ, ਆਮ ਫਕੀਰ ਹਨ। ਰਹੋ ਪਿਛਾਰੀ ਤੁਮ ਭਰਵਾਸੇ। ਉਹਨਾਂ ਨੂੰ ਚੰਦੂ ਨੇ ਕਿਹਾ ਵੀ ਮੈਂ ਤੁਹਾਡੇ ਤੇ ਭਰੋਸਾ ਮੈਨੂੰ ਪੂਰਾ, ਮੈਂ ਪਿੱਛੇ ਰਵਾਂਗਾ ਕੁਝ ਦਿਨ, ਪਰ ਤੁਸੀਂ ਗੁਰੂ ਅਰਜਨ ਦੇਵ ਜੀ ਦਾ ਕੋਈ ਵੀ ਨੁਕਤਾ
ਜੋ ਮਹਾਨਤਾ ਬਿਆਨ ਕਰਦਾ ਹੋਵੇ ਉਸ ਨੂੰ ਆਪਣੇ ਬੁੱਧੀ ਬਲ ਦਲੀਲਾਂ ਦੇ ਕੇ ਰੋਕ ਦੇਣਾ, ਜਹਾਂਗੀਰ ਦੇ ਮਨ ਵਿੱਚ ਆਉਣ ਨਹੀਂ ਦੇਣਾ। ਕੇਤਕ ਦਿਨ ਮੈਂ ਆਇਵ ਪਾਸੇ, ਕੁਝ ਦਿਨਾਂ ਬਾਅਦ ਮੈਂ ਪਿੱਛੇ ਆ ਕੇ ਤੁਹਾਨੂੰ ਮਿਲਦਾ ਹਾਂ। ਕਰੀ ਕਚਹਿਰੀ ਆਪਣੀ ਸਾਰੀ, ਔਰ ਇਸ ਤਰ੍ਹਾਂ ਦੇ ਨਾਲ ਕਰੀ ਕਚਹਿਰੀ ਆਪਣੀ ਸਾਰੀ, ਆਪਣੇ ਸਾਰੇ ਇਹਦੇ ਸਹਿਯੋਗੀ, ਇਹਦੇ ਅਹਿਲਕਾਰ ਜੋ ਹੋਣਗੇ, ਕਚਹਿਰੀ ਲਗਾ ਕੇ ਸਭ ਨੂੰ ਬੁਲਾਇਆ। ਕਿਸ ਤਨ ਦੇ ਕਿਸ ਮਿਰਧੁਲ ਉਚਾਰੀ, ਕਿਸੇ ਨੂੰ ਧਨ ਦਾ ਲਾਲਚ ਦਿੱਤਾ, ਕਿਸੇ ਨਾਲ ਮਿੱਠੇ ਬੋਲ ਬੋਲੇ। ਇਹ ਸਭ ਰਾਜਨੀਤੀ ਵਿੱਚ ਚੱਲਦਾ ਹੈ। ਹਾਂਜੀ, ਜਸ ਜਸ ਹੂਤੇ ਹਿਰੀ ਆਪਣੀ ਸਾਰੀ। ਔਰ ਜਿਸ ਤਰ੍ਹਾਂ ਦੇ ਨਾਲ ਜਿਸ ਜਿਸ ਯੋਗ ਕੋਈ ਹੈ ਸੀ, ਉਸ ਢੰਗ ਦੇ ਨਾਲ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਸ ਜਸ ਹੋਤੇ ਤਥਾ ਹਰ ਖਾਏ। ਉਹਨਾਂ ਨੂੰ ਆਪਣੇ ਆਪਣੇ ਢੰਗ ਨਾਲ, ਕਿਸੇ ਨੂੰ ਮਿੱਠੇ ਬੋਲ ਬੋਲ ਕੇ, ਕਿਸੇ ਨੂੰ ਧਨ ਦੇ ਕੇ, ਕਿਸੇ ਨੂੰ ਪਦਵੀ ਦਾ ਲਾਲਚ ਦੇ ਕੇ, ਕਿਸੇ ਨੂੰ ਜਹਾਂਗੀਰ ਦੇ ਨਾਲ ਮਿਲਾਉਣ ਦਾ ਲਾਲਚ ਦੇ ਕੇ। ਇਹ ਵੀ ਕਈਆਂ ਦੇ ਮਨ ਵਿੱਚ ਆਉਂਦਾ, ਬਈ ਮੈਂ ਫਲਾਣੇ ਮਿਨਿਸਟਰ ਨੂੰ ਮਿਲਣਾ ਹੈ, ਤੇ ਮਿਲ ਕੇ ਕਰਨਾ ਕੀ ਹੈ, ਉਹਦੇ ਨਾਲ ਫੋਟੋ ਖਿਚਵਾਉਣੀ। ਇਸ ਢੰਗ ਦੇ ਨਾਲ ਜਿਉ ਜਿਹਾ ਇਸ ਨੂੰ ਕੋਈ ਲੱਗਦਾ ਸੀ, ਉਸ ਤਰ੍ਹਾਂ ਦਾ ਲਾਲਚ ਦੇ ਕਰਕੇ ਸਾਹੋ ਸਮੀਪ ਸਮੂਹ ਸੁਹਾਏ। ਔਰ ਇਸ ਤਰ੍ਹਾਂ ਦੇ ਨਾਲ ਸ਼ਾਹ ਦੇ ਕੋਲ, ਬਾਦਸ਼ਾਹ ਦੇ ਕੋਲ ਜਿਹੜੇ ਸੁਹਾਉਂਦੇ ਨੇ, ਸ਼ੋਭਾ ਪਾਉਂਦੇ ਨੇ, ਬੈਠਦੇ ਹਨ। ਚੰਦੂ ਹਟਿਓ ਧੀਰ ਔਰ ਧਰ ਕੈ। ਇਸ ਤਰ੍ਹਾਂ ਦੇ ਨਾਲ ਚੰਦੂ ਦੀਵਾਨ ਮਨ ਵਿੱਚ ਭਰੋਸਾ ਬਣਾ ਕੇ, ਬਈ ਹੁਣ ਮੈਂ ਸਾਰਿਆਂ ਨੂੰ ਹਰ ਤਰ੍ਹਾਂ ਦੇ ਨਾਲ ਖੁਸ਼ ਕਰ ਦਿੱਤਾ, ਤੇ ਸਾਰੇ ਗੁਰੂ ਅਰਜਨ ਦੇਵ ਜੀ ਦਾ ਜਸ ਨਹੀਂ ਹੋਣ ਦੇਣਗੇ। ਇਹ ਚੰਗੀ ਤਰ੍ਹਾਂ ਪਕਿਆਈ ਕਰਕੇ ਦੁਸ਼ਟ ਪਨੇ ਮਹਿ ਚਿਤ ਕੋ ਧਰ ਕੈ। ਆਪਣੇ ਹਿਰਦੇ ਵਿੱਚ ਚੰਦੂ ਦੇ ਦੁਸ਼ਟਪੁਣਾ, ਆਪਣੇ ਹਿਰਦੇ ਵਿੱਚ ਪਾਪ ਹੈਗਾ ਹੈ। ਸਾਪਿਨ ਚੜਾਏ ਮੂੜ ਤਹ ਆਇਓ। ਸਾਰਿਆਂ ਨੂੰ ਰੁਖਸਤ ਕਰਕੇ ਮੂੜ ਵਾਪਸ ਆ ਗਿਆ ਹੈ। ਸਤਿਗੁਰ ਅਰਜਨ ਜਹ ਉਤਰਾਇਓ। ਜਿਸ ਜਗ੍ਹਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਲਾਹੌਰ ਵਿਖੇ ਉਤਾਰਾ ਕੀਤਾ ਹੋਇਆ ਸੀ, ਭਾਈ ਪਿਰਾਣਾ ਆਦਿਕ ਸਿੱਖਾਂ ਸਮੇਤ ਬੈਠਿਓ ਸਨਮੁਖ ਰਿਸ਼ਤੇ ਭਰਿਓ। ਸਾਹਮਣੇ ਆ ਕੇ ਬੈਠਾ ਤੇ ਬੜੇ ਕ੍ਰੋਧ ਨਾਲ, ਵਿਰੋਧ ਨਾਲ ਭਰਿਆ ਹੋਇਆ ਹੈ। ਕਹਿਤ ਪਇਓ ਬਚ ਦੁਖ ਤੇ ਜਰਿਓ। ਔਰ ਇਸ ਤਰ੍ਹਾਂ ਦੁੱਖ ਨਾਲ ਸੜਿਆ ਹੋਇਆ ਹੈ, ਈਰਖਾ ਦੇ ਦੁੱਖ ਨਾਲ, ਤੇ ਗੱਲ ਕਰ ਰਿਹਾ ਹੈ। ਮੋਰ ਸੁਤਾ ਕੀ ਮੋਰ ਸਗਾਈ। ਤੁਸੀਂ ਚੰਗਾ ਨਹੀਂ ਕੀਤਾ, ਮੇਰੀ ਪੁੱਤਰੀ ਦੀ ਸਗਾਈ ਮੋੜ ਦਿੱਤੀ। ਮੋਰ ਸੁਤਾ ਕੀ ਮੋਰ ਸਗਾਈ, ਰਿਸ਼ਤਾ ਤੋੜ ਦਿੱਤਾ ਹੈ, ਚੰਗਾ ਨਹੀਂ ਕੀਤਾ। ਮੇਰਾ ਮਾਣ ਖਤਮ ਹੋ ਗਿਆ ਹੈ, ਮੇਰੀ ਬੇਇੱਜ਼ਤੀ ਹੋਈ ਹੈ। ਕਿਉਂ ਹੋ ਨ ਮਾਨੀ ਬਿਨੈ ਅਲਾਈ। ਤੁਸੀਂ ਮੇਰੀ ਬੇਨਤੀ ਨੂੰ ਪ੍ਰਵਾਨ ਨਹੀਂ ਕੀਤਾ। ਮੈਂ ਹਰ ਤਰ੍ਹਾਂ ਨਾਲ ਤੁਹਾਨੂੰ ਮਾਣ ਤਾਣ ਦੇਣ ਦਾ ਯਤਨ ਕੀਤਾ, ਮੇਰੇ ਵਰਗੇ ਘਰ ਦਾ ਮਾਣ ਤੁਹਾਨੂੰ ਪਚਿਆ ਨਹੀਂ ਹੈ। ਭੇਜੇ ਦੋਏ ਬਾਰ ਪੁਰ ਲਾਗੀ। ਮੈਂ ਇੱਕ ਵਾਰੀ ਨਹੀਂ, ਦੋ ਵਾਰ ਲਾਗੀ ਤੁਹਾਡੇ ਨਗਰ, ਤੁਹਾਡੇ ਘਰ ਭੇਜੇ ਰਿਸ਼ਤਾ ਕਰਨ ਵਾਸਤੇ। ਅਤ ਚਿੰਤਾ ਚਿਤ ਹਮਰੇ ਲਾਗੀ। ਉਹ ਜਿਹੜਾ ਤੁਸੀਂ ਮੈਨੂੰ ਰਿਸ਼ਤਾ ਮੋੜ ਕੇ ਅਪਮਾਨ ਦਿੱਤਾ ਹੈ ਨਾ, ਉਹਦੀ ਮੈਨੂੰ ਬੜੀ ਚਿੰਤਾ ਹੈ, ਬੜਾ ਦੁੱਖ ਹੈ, ਮੇਰਾ ਦਿਲ ਸੜਦਾ ਪਿਆ ਹੈ। ਲੈਨ ਸਾਕ ਤੋ ਰਹਿਓ ਕਿਥਾਈ। ਸਾਕ ਲੈਣਾ ਤਾਂ ਕਿਧਰੇ ਰਹਿ ਗਿਆ। ਦਈ ਮੋਹੇ ਕੂਕਰ ਸਮਤਾਈ। ਤੁਸੀਂ ਸਗੋਂ ਮੈਨੂੰ ਕੁੱਤਾ ਕਿਹਾ, ਕੁੱਕਰ ਕਿਹਾ ਹੈ, ਰਿਸ਼ਤਾ ਲੈਣਾ ਤਾਂ ਕਿਤੇ ਰਹਿ ਗਿਆ। ਮੈਂ ਅਰਜ਼ ਕਰਾਂ, ਗੁਰੂ ਅਰਜਨ ਦੇਵ ਜੀ ਦਾ ਇਹ ਸੁਭਾਅ ਨਹੀਂ। ਹੋ ਸਕਦਾ ਕਿਸੇ ਸਿੱਖ ਨੇ ਕਹਿ ਦਿੱਤਾ ਹੋਵੇ। ਸਤਿਗੁਰੂ ਜੀ ਆਪਣੀ ਜ਼ੁਬਾਨ ਤੋਂ ਇਸ ਤਰ੍ਹਾਂ ਦਾ ਸ਼ਬਦ ਨਹੀਂ ਬੋਲਦੇ ਹਨ। ਅਬ ਲੋ ਕਛੂ ਨਾ ਬਿਗੜਿਓ ਸੁਪਨੇ। ਪਰ ਹਾਲੇ ਕੁਝ ਵਿਗੜਿਆ ਨਹੀਂ ਹੈ, ਸੁਪਨੇ ਵਾਂਗੂ ਮੈਂ ਸਮਝਦਾ ਹਾਂ। ਨਾ ਤਾਲੇ ਹੋ ਜਾਹੋ ਘਰ ਆਪਣੇ। ਤੁਸੀਂ ਅੱਜ ਵੀ ਮੇਰੀ ਬੱਚੀ ਦਾ ਰਿਸ਼ਤਾ ਪ੍ਰਵਾਨ ਕਰ ਲਓ ਤੇ ਜਾਓ ਆਪਣੇ ਘਰ।
ਸੁਖ ਮਾਣੋ। ਨਤ ਕੂ ਕਰ ਭਾਖਿਓ ਜਿਮ ਜਬੈ। ਨਹੀਂ ਤਾਂ ਫਿਰ ਜਿਹੜਾ ਤੁਸੀਂ ਮੈਨੂੰ ਕੁੱਤਾ ਕਿਹਾ ਹੈ ਨਾ, ਮੈਂ ਫਿਰ ਬੇਨਤੀ ਕਰਦਾ, ਮਹਾਰਾਜ ਨੇ ਨਹੀਂ ਕਿਹਾ। ਇਹ ਹੋ ਸਕਦਾ ਹੈ ਕਿਸੇ ਸਿੱਖ ਨੇ ਕਹਿ ਦਿੱਤਾ ਹੋਵੇ ਬਈ ਕੁੱਤਿਆਂ ਵਾਂਗੂ ਭੌਂਕਦਾ ਹੈ, ਫਿਰਦਾ ਹੈ, ਕਹਿ ਦਿੱਤਾ ਹੋਵੇ, ਪਰ ਸਤਿਗੁਰੂ ਜੀ ਨੇ ਆਪਣੀ ਮੁਬਾਰਕ ਜ਼ਬਾਨ ਤੋਂ ਐਸਾ ਆਖਿਆ ਹੋਵੇ, ਕੋਈ ਸ਼ਖਸ ਹੈ ਇਸ ਦਾ ਨਹੀਂ ਮਿਲਦਾ। ਲਗੋ ਗੈਲ ਕੂ ਕਰ ਹੋਏ ਅਬੈ। ਆਖਣ ਲੱਗਾ ਫਿਰ ਜਿਵੇਂ ਮੈਨੂੰ ਕੁੱਤਾ ਕਿਹਾ ਹੈ, ਮੈਂ ਕੁੱਤਾ ਬਣ ਕੇ ਤੁਹਾਨੂੰ ਵੱਢਾਂਗਾ, ਤੁਹਾਡੇ ਪਿੱਛੇ ਭੌਂਕਾਂਗਾ, ਤੁਹਾਡੇ ਪਿੱਛੇ ਪੈ ਜਾਵਾਂਗਾ। ਇਸ ਢੰਗ ਨਾਲ ਕਈ ਲੋਕੀ ਪੈ ਜਾਂਦੇ ਹਨ ਬਿਨਾਂ ਕਾਰਨ ਹੀ। ਇਹੋ ਜਵਾਬ ਮੈਂ ਕਰੂੰ ਉਪਾਏ। ਆਖਣ ਲੱਗਾ ਜੋ ਮਰਜ਼ੀ ਜਵਾਬ ਮੈਨੂੰ ਦੇ ਦੇਵੋ ਤਾਂ ਮੈਂ ਉਸੇ ਤਰ੍ਹਾਂ ਦਾ ਉਪਾਅ ਕਰਾਂ ਜਿਸ ਤਰ੍ਹਾਂ ਦਾ ਤੁਹਾਡਾ ਜਵਾਬ ਹੋਵੇ। ਹਾਂਜੀ, ਸੋਜ ਵਿਆਹ ਕੀ ਕਹਿ ਤੁਮ ਕਾਏ। ਜੇ ਰਿਸ਼ਤਾ ਲੈਂਦੇ ਹੋ ਤੇ ਮੈਂ ਵਿਆਹ ਦਾ ਸਾਜੋ ਸਮਾਨ ਇਕੱਠਾ ਕਰਾਂ, ਅਹਲਕਾਰਾਂ ਨੂੰ, ਅਮੀਰਾਂ ਵਜ਼ੀਰਾਂ ਨੂੰ, ਜਹਾਂਗੀਰ ਨੂੰ, ਰਿਸ਼ਤੇਦਾਰਾਂ ਨੂੰ, ਲਾਗੀਆਂ ਤੇਲੀਆਂ ਨੂੰ ਮੈਂ ਸੱਦਾ ਦੇਵਾਂ, ਸਮਿਆਨੇ ਲਗਵਾਵਾਂ, ਤੇ ਜੇ ਤੁਸੀਂ ਨਾ ਵਿੱਚ ਜਵਾਬ ਦੇਣਾ ਹੈ ਤੇ ਮੈਂ ਤੁਹਾਡੀ ਮੌਤ ਦਾ ਸਮਾਨ ਤਿਆਰ ਕਰਾਂ। ਮੈਂ ਸਮਾਨ ਤਿਆਰ ਕਰਨਾ ਹੈ ਹਾਂ ਜਾਂ ਨਾ ਸੁਣ ਕੇ। ਜੇ ਨਾ ਕਰਦੇ ਹੋ ਫਿਰ ਮੌਤ ਦਾ ਸਮਾਨ, ਤੇ ਜੇ ਹਾਂ ਕਰਦੇ ਹੋ ਫਿਰ ਵਿਆਹ ਦਾ ਸਾਜੋ ਸਮਾਨ ਇਕੱਠਾ ਕਰਾਂ। ਨਿਰਭੈ ਬਾਕ ਤਬ ਸਤਿਗੁਰ ਭਾਖਾ। ਨਿਰਭੈ ਹਿਰਦੇ ਦੇ ਮਾਲਕ। ਇੱਕ ਵਾਰੀ ਆਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਜਿਤਨੇ ਆਪਣੇ ਘਰਾਂ 'ਚ ਬੈਠੇ ਹੋ ਨਾ, ਤੁਸੀਂ ਵੀ ਸਾਰੇ ਆਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਨਿਰਭੈ ਨਿਰਵੈਰ ਸਤਿਗੁਰ ਪੁਰਖ ਆਗੰਮ ਹੈ, ਨਿਰਵੈਰ ਨਿਰਾਲਾ ਜਾਣੋ ਧਰਤੀ ਧਰਮ ਕੀ, ਸੱਚੀ ਧਰਮਸ਼ਾਲਾ ਜਿਉ ਕਰ ਨਿਰਮਲ ਆਰਸੀ ਜਗ ਵੇਖਣ ਵਾਲਾ, ਜੇ ਮੂੰਹ ਕਰ ਭਾਲੀਐ ਤੇ ਹੋਵੇ ਖਾਲਾ। ਜਿਹੋ ਜੀ ਭਾਵਨਾ ਹੁੰਦੀ ਹੈ ਉਹ ਜੇ ਅੱਗੋਂ ਦੀਦਾਰ ਤੇ ਸਤਿਕਾਰ ਹੋ ਜਾਂਦਾ। ਸਤਿਗੁਰੂ ਜੀ ਦਾ ਹਿਰਦਾ ਨਿਰਵੈਰ ਹੈ। ਆਖਣ ਲੱਗਾ ਮੈਨੂੰ ਜਵਾਬ ਦਿਓ ਤਾਂ ਕਿ ਮੈਂ ਅੱਗੋਂ ਉੱਡਿਆ ਤੁਹਾਡੇ ਜਵਾਬ ਵਰਗਾ ਸਾਜੋ ਸਮਾਨ ਤਿਆਰ ਕਰਾਂ। ਨਿਰਭੈ ਬਾਕ ਤਬ ਸਤਿਗੁਰ ਭਾਖਾ। ਨਿਰਭੈ ਹੋ ਕੇ ਇਹ ਬਚਨ ਮਹਾਰਾਜ ਜੀਆਂ ਨੇ ਆਖਿਆ। ਸੁਤਾ ਦੇਨ ਕੀ ਕਿਮ ਅਬਲਾਖਾ। ਮਹਾਰਾਜ ਕਹਿਣ ਲੱਗੇ ਰਿਸ਼ਤਾ ਜੋੜਨ ਦੀ ਬੱਚੀ ਸਾਡੇ ਘਰ ਵਿੱਚ ਤੁਹਾਡੀ ਆਵੇ, ਇਹ ਤੁਸੀਂ ਕਿਸ ਤਰ੍ਹਾਂ ਅਭਿਲਾਸ਼ਾ ਕਰ ਸਕਦੇ ਹੋ? ਉੱਚੀ ਕੁਲ ਅਹ ਚੁਬਾਰਾ। ਤੁਸੀਂ ਤੇ ਬੜੀ ਉੱਚੀ ਕੁਲ ਦੇ ਹੋ, ਚੁਬਾਰੇ ਵਰਗੇ ਹੋ। ਹਮਕੋ ਮੋਰੀ ਸਰਸ ਉਚਾਰਾ। ਤੇ ਸਾਨੂੰ ਤੁਸੀਂ ਮੋਰੀ ਵਰਗਾ ਸਮਝਦੇ ਹੋ। ਹੁਣ ਚੁਬਾਰੇ ਦਾ ਤੇ ਮੋਰੀ ਦਾ ਦੱਸੋ ਕੀ ਮੇਲ ਹੋ ਸਕਦਾ ਹੈ? ਮੋਰੀ ਮੇਲ ਸਮੋਰੀ ਧਾਰਾ। ਮੋਰੀ ਦਾ ਮੇਲ ਭਾਵ ਛੋਟਿਆਂ ਦਾ ਮੇਲ ਛੋਟਿਆਂ ਨਾਲ ਹੀ ਹੁੰਦਾ ਹੈ। ਮੇਲ ਹੈ ਚੁਬਾਰੇ ਸੰਗ ਚੁਬਾਰਾ। ਸਾਡੇ ਵਰਗੇ ਵੱਡੇ ਲੋਕਾਂ ਨੂੰ ਵੱਡੇ ਲੋਕ ਬਥੇਰੇ ਮਿਲ ਜਾਂਦੇ ਨੇ, ਇਸ ਲਈ ਮਗਰ ਕਿਉਂ ਪਏ ਹੋਏ ਹੋ ਰਿਸ਼ਤੇ ਵਾਸਤੇ? ਤਬ ਪੀ ਕਹਿਓ ਅਬਹਿ ਪੀ ਕਹਿ। ਉਸ ਵੇਲੇ ਵੀ ਜੇ ਕਿਸੇ ਸਿੱਖ ਨੇ ਵੀ ਕਿਹਾ ਨਾ ਕੁੱਕਰ, ਤੇ ਸਿੱਖਾਂ ਵਿੱਚ ਅਸੀਂ ਆਪ ਹੀ ਵਸਦੇ। ਸਿੱਖ ਸਾਡਾ ਰੂਪ ਹੀ ਹਨ। ਜੇ ਕੋਈ ਹੋਰ ਹੁੰਦਾ ਤੇ ਕਹਿੰਦਾ ਜੇ ਮੈਂ ਤਾਂ ਕਿਹਾ ਨਹੀਂ। ਜਿਹਨੇ ਕਿਸੇ ਕਿਹਾ ਉਹਨੂੰ ਪੁੱਛੋ। ਕਿਸੇ ਦਾ ਆਖੇ ਦਾ ਮੈਂ ਕਿਉਂ ਭੁਗਤਾਂ? ਅਨੇਕਾਂ ਦਲੀਲਾਂ ਦਿੱਤੀਆਂ ਜਾ ਸਕਦੀਆਂ। ਮਹਾਰਾਜ ਕਹਿਣ ਲੱਗੇ ਜੇ ਕਿਸੇ ਸਿੱਖ ਨੇ ਵੀ ਕਿਹਾ ਹੈ, ਹਾਂਜੀ, ਤਬ ਪੀ ਕਹਿਓ ਅਬੈ ਪੀ ਕਹਿ। ਔਰ ਇਸ ਤਰ੍ਹਾਂ ਉਹ ਸਾਡਾ ਹੁਣ ਵੀ ਉਹੀ ਬੋਲ ਪੂਰੇ ਹਨ ਜੋ ਪਹਿਲਾਂ ਆਖੇ ਹਨ। ਹਮ ਸੋ ਮਿਲਨ ਪਲੋ ਸਭ ਲਹੈ। ਤੁਸੀਂ ਆਪਣੇ ਸਮਾਨ ਲੋਕਾਂ ਨਾਲ ਹੀ ਮੇਲ ਜੋਲ ਕਰੋ, ਰਿਸ਼ਤਾ ਜੋੜੋ, ਉਹੀ ਚੰਗਾ ਹੁੰਦਾ ਹੈ। ਅੰਤਰ ਬਹੁਤ ਹਮਾਰ ਤੁਮਾਰਾ। ਤੁਹਾਡਾ ਬਹੁਤ ਵੱਡਾ ਅੰਤਰ ਹੈ। ਅਸੀਂ ਫਕੀਰ ਹਾਂ, ਤੁਸੀਂ ਅਮੀਰ ਹੋ। ਵੈਸੇ ਵੀ ਬੜਾ ਵੱਡਾ ਅੰਤਰ ਉਹ ਹੰਕਾਰ ਹੈ, ਇਹ ਨਿਰੰਕਾਰ ਹੈ। ਅੰਤਰ ਤੇ
ਜਿਹੜਾ ਪੂਰਾ ਕੀਤਾ ਹੀ ਨਹੀਂ ਜਾ ਸਕਦਾ, ਉਸ ਨੂੰ ਖਤਮ ਨਹੀਂ ਹੋ ਕੀਤਾ ਜਾ ਸਕਦਾ। ਕਿਤ ਮੋਰੀ ਕਿਤ ਹੋਤ ਚੁਬਾਰਾ, ਮੋਰੀ ਤੇ ਚੁਬਾਰੇ ਦਾ ਬੜਾ ਫਰਕ ਹੁੰਦਾ ਹੈ। ਕਾਹੇ ਨ ਕੂ ਕਰ ਜੇ ਤੈਂ ਲਹਿਓ, ਅਸੀਂ ਤਾਂ ਨਹੀਂ ਕੀਤਾ, ਪਰ ਜੇ ਤੈਨੂੰ ਲੱਗਦਾ ਹੈ ਵੀ ਅਸੀਂ ਕੁੱਕਰ ਤੈਨੂੰ ਆਖਿਆ ਹੈ। ਜੇ ਨਾ ਕਹਿਓ ਤੋ ਵੀ ਅਬ ਕਹਿਓ, ਔਰ ਜੇ ਕਿਸੇ ਸਿੱਖ ਨੇ ਵੀ ਕਹਿ ਦਿੱਤਾ ਤਾਂ ਵੀ ਕਿਹਾ ਹੀ ਮੰਨ ਲਓ। ਸਿੱਖ ਨੇ ਕਹਿਓ ਹਮੂ ਕਹਿ ਤਦਾ, ਜੇ ਕਿਸੇ ਸਿੱਖ ਨੇ ਆਖਿਆ ਤੇ ਅਸੀਂ ਹੀ ਆਖਿਆ। ਜੇ ਸਿੱਖਾਂ ਨੇ ਰਿਸ਼ਤਾ ਤੋੜਿਆ ਤੇ ਅਸਾਂ ਹੀ ਤੋੜਿਆ ਹੈ। ਸਿੱਖ ਹਮ ਏਕ ਰੂਪ ਹੈ ਸਦਾ, ਅਸੀਂ ਤੇ ਸਾਡੇ ਸਿੱਖ ਸਦਾ ਇੱਕੋ ਰੂਪ ਹਨ। ਸਾਡੇ ਵਿੱਚ ਤੇ ਸਾਡੇ ਸਿੱਖਾਂ 'ਚ ਕੋਈ ਫਰਕ ਨਹੀਂ। ਕਿੰਨਾ ਵੱਡਾ ਸਨਮਾਨ ਮਹਾਰਾਜ ਜੀ ਨੇ ਸਿੱਖ ਦਾ ਕੀਤਾ। ਕਹਿੰਦੇ ਨੇ ਮੇਰੇ ਸਿੱਖ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਹਨ, ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੈ, ਜਲ ਤੇ ਉਪਜ ਤਰੰਗ ਜਿਉ, ਜਲ ਹੀ ਬਿਖੈ ਸਮਾਏ। ਇਸ ਢੰਗ ਨਾਲ ਇਹ ਮਾਣ ਕੇਵਲ ਤੇ ਕੇਵਲ ਸਿੱਖ ਨੂੰ ਗੁਰੂ ਨਾਨਕ ਦੇ ਘਰ ਹੀ ਮਿਲਿਆ, ਹੋਰ ਕਿਧਰੇ ਨਹੀਂ ਮਿਲੇ। ਕਿ ਮਹਾਰਾਜ ਕਹਿੰਦੇ ਹੋਣ ਮੈਂ ਤੇ ਮੇਰਾ ਸਿੱਖ ਇੱਕੋ ਹੀ, ਫਰਕ ਕੋਈ ਨਹੀਂ। ਜੋ ਮੇਰਾ ਸਨਮਾਨ ਹੈ ਉਹ ਸਿੱਖ ਦਾ ਸਨਮਾਨ, ਜੋ ਸਿੱਖ ਦਾ ਸਨਮਾਨ ਉਹ ਮੇਰਾ ਸਨਮਾਨ, ਜੋ ਸਿੱਖ ਦੇ ਬਚਨ ਉਹ ਮੇਰੇ ਬਚਨ, ਜੋ ਸਿੱਖ ਦਾ ਹਿਰਦਾ ਉਹ ਸਾਡਾ ਹਿਰਦਾ ਹੈ। ਬੜੇ ਗਹਿਰੇ ਬੋਲ ਹਨ, ਪਰ ਬਾਕੀ ਵਿਚਾਰ ਹੁਣ ਕੱਲ ਆਪ ਜੀ ਦੇ ਨਜ਼ਰ ਕਰਾਂਗੇ। ਇਸ ਵੇਲੇ ਵਕਤ ਦਾ ਤਕਾਜ਼ਾ ਹੈ, ਇੰਨੇ ਹੀ ਬੋਲ ਪ੍ਰਵਾਨ ਕਰਨਾ। ਸਾਰੇ ਵਿਸ਼ਵ ਵਿੱਚ ਇਸ ਵੇਲੇ ਸੰਗਤਾਂ ਜਾਪ ਨਾਲ ਜੁੜਨ ਵਾਸਤੇ ਬੈਠੀਆਂ ਹੁੰਦੀਆਂ। ਜਿਨ੍ਹਾਂ ਨੇ ਲੰਗਰ ਨਹੀਂ ਛਕਿਆ ਹੁੰਦਾ ਉਹ ਪਲੇਟਾਂ ਥਾਲੀਆਂ ਪਰੇ ਕਰ ਦਿੰਦੇ, ਕਹਿੰਦੇ ਨੇ ਪਹਿਲੇ ਜਾਪ ਕਰ ਲਈਏ ਤੇ ਫਿਰ ਭੋਜਨ ਕਰਾਂ। ਗੁਰੂ ਕਰੇ ਜਾਪ ਦੀ ਲਹਿਰ, ਜਾਪ ਦੀ ਬਰਕਤ ਸਾਰੇ ਵਿਸ਼ਵ ਵਿੱਚ ਵਰਤ ਜਾਵੇ ਤੇ ਹਰ ਹਿਰਦਾ ਵਾਹਿਗੁਰੂ ਮੰਤਰ ਦੇ ਜਾਪ ਨਾਲ ਜੁੜ ਜਾਏ। ਆਓ ਰਲ ਕੇ ਸਾਰੇ ਜਾਪ ਕਰੀਏ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।